ਤਾਂ ਕਿਸੇ ਨੇ ਪੁੱਛਿਆ ਮੈਨੂੰ, ਕਹਿੰਦੇ ਤੁਸੀਂ ਬੜਾ ਫਿੱਟ ਫੁੱਟ ਰੱਖਦੇ ਹੋ ਆਪਣੇ ਆਪ ਨੂੰ, ਕੀ ਕਰਦੇ ਹੋ? ਮੈਂ ਕਿਹਾ ਨਹੀਂ ਯਾਰ ਬਸ ਵੀ ਜ਼ਿਆਦਾ ਖਿਆਲ ਰੱਖੀਦਾ, ਖਾਣ ਪੀਣ ਦਾ ਖਿਆਲ ਰੱਖੀਦਾ। ਕਹਿੰਦਾ ਕੀ ਖਿਆਲ ਰੱਖਦਾ? ਮੈਂ ਕਿਹਾ ਰੋਟੀ ਨਹੀਂ ਖਾਂਦਾ ਮੈਂ। ਕਹਿੰਦਾ ਕਦੋਂ ਦਾ? ਮੈਂ ਕਿਹਾ ਜਦੋਂ ਦੀ ਮਿਲਣ ਲੱਗੀ ਹੈ। ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ, ਤੁਸੀਂ ਉਹ ਦੱਸੋਗੇ? ਇਹਨੂੰ ਸਲਾਹ ਹਾਂ, ਕੈਰੀ ਔਨ ਜੱਟਾ ਵਰਗੀਆਂ ਵੱਡੀਆਂ ਵੱਡੀਆਂ ਫਿਲਮਾਂ ਹੋਰ ਜਾਂਦੀਆਂ ਤੇ ਮੈਂ ਉਹਦਾ ਹਿੱਸਾ ਹੋਵਾਂ, ਇਹ ਤੇ ਕਿਹਾ 100%। ਉਹ ਤਾਂ ਪਤਾ ਹੀ ਹੈ, ਜਦੋਂ ਕੈਰੀ ਔਨ ਜੱਟਾ ਦਾ ਨਾਮ ਆ ਗਿਆ ਤਾਂ ਮੈਂ ਸਾਡੇ ਤੋਂ ਸਾਰੇ ਹੋ ਹੀ ਨਹੀਂ ਸਕਦੇ। ਸਾਰਾ ਘੋੜੀ ਤੇ ਕੋਟ ਦੀ ਗੱਲ ਹੀ ਨਾ ਹੋਵੇ ਕਿਦਾਂ। ਟੱਬਰ ਹੈ ਸਾਰਾ, ਸਾਡਾ ਟੱਬਰ ਹੈ। ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? भल्ला साहब प्लीज छुप छुप के मेरी फोटो ना खींचा करो। ਚੁੱਪ ਚੁੱਪ ਫੋਟੋਆਂ ਖਿੱਚਦੇ ਤੁਹਾਡੀਆਂ? ਭੱਲਾ ਸਾਹਿਬ ਦਾ ਤਾਂ ਬਹੁਤ ਵਧੀਆ ਹੈ ਫੋਟੋ। ਜਿੱਦਾਂ ਕੋਈ ਕੁੜੀ ਖਿਚਾਉਣ ਆਏ ਕੋਈ ਵੀ, ਚੱਲੇ ਮੈਂ ਖਿੱਚਦਾ ਆਪਦੇ ਫੋਨ ਤੇ ਆ ਖਿੱਚ ਤੇ ਉਹ ਤੁਹਾਡਾ ਨੰਬਰ ਤੋਂ ਮੈਂ ਸੈਂਡ ਕਰੂੰਗਾ। ਤੁਸੀਂ ਰੋ ਪਏ ਸੀ ਜਦੋਂ ਰੈਪ ਅਪ ਹੋਇਆ ਸੀਗਾ? मेरे को ना वो सब असली लगने लगते हैं कि ये मेरा बच्चा भी है, ये मेरा पति है, ये है। ਮਸਾਲੇ ਕੇ ਗਿਆ ਜਿਹੜਾ ਕਿ ਕਹਿੰਦਾ ਸਿੰਦਾ ਸਾਡਾ ਹੈ। ਤੇ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ, ਤੁਸੀਂ ਉਹ ਦੱਸੋਗੇ? माय सलाह है कम उस चॉकलेट खा शिंदे। ਉਹਦੇ ਡੈਡ ਨੇ ਪਹਿਲੇ ਕਾਫੀ ਦੰਦ ਅੱਡ ਸੈਪਰੇਟ ਲੈ ਕੇ ਰੱਖ ਲਏ ਹੋਏ। ਰਿਚ ਮੈਨ ਰਿਚ ਮੈਨ, ਯੈਸ ਆਫ ਕੋਰਸ। ਓਕੇ, ਗਿੱਪੀ ਦੀ ਗੱਲ ਹੋ ਰਹੀ ਹੈ, ਤਾਂ ਗਿੱਪੀ यू नो वो आपसे बात करेंगे सडनली ना उनका फिर वो अटेंशन स्पैन खत्म हो जाता है और वो अपना कुछ बिजनेस सोचने लगते हैं। हाँ। तो वो बहुत ऐसा लुक देते हैं आपको कि तू हट मेरे सामने से। ਫਿਲਮ ਦੀ ਜਿਹੜਾ ਲਾਂਚ ਹੈ ਟ੍ਰੇਲਰ ਦਾ, ਉਹ ਆਮਿਰ ਖਾਨ ਜੀ ਵੱਲੋਂ ਕੀਤਾ ਗਿਆ। ਤੁਸੀਂ, ਮੈਂ ਦੇਖਿਆ ਇੱਕ ਈਵਨਿੰਗ ਬਹੁਤ ਤੁਹਾਡੀ ਬਿਊਟੀਫੁਲ ਸੀ ਕਿ ਤੁਸੀਂ ਸਾਰੇ ਇਕੱਠੇ ਬੈਠੇ ਸੀ। ਉਦੋਂ ਬੀਨੂ ਖੁਦ ਨਾਲ ਕੀ ਗੱਲ ਕਰ ਰਹੇ ਸੀ? ਉਦੋਂ ਕੀ ਸੋਚ ਰਹੀ ਸੀ ਸਾਰਾ ਮਾਹੌਲ ਵੇਖ ਕੇ? ਉਹ ਜਿਹੇ ਲੇਜੈਂਡ ਬੰਦਿਆਂ ਨੂੰ ਦੇਖ ਕੇ ਨਾ ਆਪਣੇ ਆਪ ਇਦਾਂ ਲੱਗਿਆ ਵੀ ਸਾਡੇ ਆਰਟਿਸਟ ਨਾ ਕਈ ਵਾਰੀ 2 ਫੋਟੋਆਂ 4 ਫੋਟੋਆਂ 5 ਫੋਟੋਆਂ ਕਰਾਉਣ ਤੋਂ ਖਿੱਚ ਜਾਂਦੇ, ਯਾਰ ਤਾਂ ਕਰਾ ਤਾਂ ਲਈ ਹੁਣ ਜੀ। ਉਸ ਬੰਦੇ ਨਾਲ ਅਸੀਂ 100 ਫੋਟੋ ਕਰਾਈ ਹੋਣੀ ਆ। ਉਦੋਂ ਅਸੀਂ ਲੱਗਿਆ, ਉਦੋਂ ਫੀਲ ਆਇਆ ਹੋਣਾ ਸਾਰਿਆਂ ਨੂੰ ਵੀ ਅਸੀਂ ਲੋਕਾਂ ਨੂੰ ਕਿੱਦਾਂ ਕਹਿੰਦੇ ਵੀ ਨਾ ਫੋਟੋਗ੍ਰਾਫ। ਸਾਡੀ ਫੈਨ ਮੂਵਮੈਂਟ ਸੀਗੀ, ਸਾਰਿਆਂ ਨੂੰ ਵਾਰੀ ਵੀ ਕਿਹੜੀ ਮੂਵਮੈਂਟ ਅਸੀਂ ਛੱਡ ਨਾ ਦਈਏ ਯਾਰ, ਇਹ ਵੀ ਕਰ ਲਈਏ, ਇਹ ਵੀ ਕਰ ਲਈਏ। और इतनी ग्रेट पर्सनालिटी छोड़ने आए और इतनी खुद great कह रहे नहीं किसी की रह गई है तो फोटो करो। सुपर्ब, कमाल। और जित लिया, दिल जित लिया। हाँ एक्चुअली ਬਿਨੂ, ਜਦੋਂ ਅਸੀਂ ਆਪਣੀ ਹੀ ਫੈਮਿਲੀ ਦੇ ਪਰਿਵਾਰ ਨੂੰ ਇਦਾਂ ਦੇਖਦੇ ਹਾਂ, ਉੱਤੇ ਦੇਖਦੇ ਹਾਂ, ਤੁਸੀਂ ਸਾਰਿਆਂ ਨੇ ਬੜੀ ਦਿਲ ਖੁੱਲ ਕੇ ਗੱਲਾਂ ਵੀ ਕੀਤੀਆਂ ਉੱਥੇ, ਸੋ ਹਾਊਜ਼ ਦੈਟ ਫੀਲ ਬਿਨੂ? ਬਹੁਤ ਕਮਾਲ। ਜਦੋਂ ਹੁਣ ਪੰਜਾਬ ਦਾ ਕਿਸੇ ਗੱਲ ਨਾਲ, ਪਹਿਲਾਂ ਬਹੁਤ ਵੱਡੀਆਂ ਫੈਮਿਲੀ ਸਾਡੀਆਂ ਜਿਹੜੇ ਧਰਮ ਜੀਵਨੀ ਹੈਗੇ ਨੇ ਸਾਰੇ, ਬਰਾਨ ਸਾਹਿਬ ਜਾਂ ਹੋਰ ਕਪੂਰ ਫੈਮਿਲੀ ਲਾ ਲਓ, ਉਹਨਾਂ ਦੀਆਂ ਗੱਲਾਂ ਕਰਦੇ ਸੀ। ਪਰ ਅੱਜ ਦੀ ਘੜੀ ਜਦੋਂ ਪੰਜਾਬ ਦੀ ਗੱਲ ਬੰਬੇ ਚੱਲਦੀ ਹੈ ਤਾਂ ਕਪਿਲ ਸ਼ਰਮਾ ਦੇ ਸ਼ੋਅ ਤੋਂ ਸ਼ੁਰੂ ਹੁੰਦੀ ਹੈ ਨਾ। ਉਹਨਾਂ ਦੀ ਮਿਹਨਤ ਨੇ, ਉਹਨਾਂ ਦੀ ਕਲਾਕਾਰੀ ਨੇ, ਅਦਾਕਾਰੀ ਨੇ, ਉਹਨਾਂ ਦੀ ਲਿਆਕਤ ਨੇ, ਇਹ ਆਪਣੇ ਆਪ ਨੂੰ ਇਸ ਐਡਾ ਰੁਤਬਾ ਦਿਵਾਇਆ ਦੁਨੀਆ ਦੇ ਵਿੱਚ, ਹੈ ਨਾ। ਦੁਨੀਆ ਦਾ ਵੱਡਾ ਸ਼ੋਅ, ਅਸੀਂ ਪ੍ਰਾਊਡ ਫੀਲ ਕਰਦੇ ਵੀ ਉਹ ਸ਼ੋਅ ਦੇ ਵਿੱਚ ਅਸੀਂ ਜਾ ਕੇ, ਔਰ ਪੰਜਾਬ ਦਾ ਨਾਮ ਐਡੇ ਵੱਡੇ ਲੈਵਲ ਤੇ ਜਦੋਂ ਕਪਿਲ ਸ਼ਰਮਾ ਦੇ ਨਾਲ ਜੁੜਦਾ ਵੀ ਹੈ ਕਿੱਥੋਂ, ਕਹਿੰਦੇ ਪੰਜਾਬ ਤੋਂ, ਹੈ ਨਾ। ਉਹ ਫਿਰ ਬਹੁਤ ਬੜਾ ਮਾਣ ਮਹਿਸੂਸ ਹੁੰਦਾ। ਕਿੱਦਾਂ ਖੁਦ ਨਾਲ ਗੱਲਬਾਤ ਕਰਦੇ ਸੀ ਜਦੋਂ ਵੈਨਿਟੀ 'ਚ ਤਿਆਰ ਹੁੰਦੇ ਸੀ, ਜਦੋਂ ਕਰੈਕਟਰ ਪ੍ਰਿਪੇਅਰ ਕਰਦੇ ਸੀ? ਕਵਿਤਾ ਨੂੰ ਲੈ ਕੇ, ਕਵਿਤਾ ਬਾਰੇ ਕੀ ਸੋਚਦੀ ਹੈ? तो honestly I'm never very over prepared. I let God do most of the work than I do, and yeah, I think I'm more blessed and lucky than I'm talented. ਜਦੋਂ ਅਸੀਂ ਫਸਟ ਕੈਰੀ ਔਨ ਜੱਟਾ ਕੀਤੀ ਸੀ ਨਾ ਜੀ 12 ਦੇ ਵਿੱਚ, ਅਸੀਂ 4 5 ਸਾਲ ਕੋਈ ਵਿਹਲਾ ਨਹੀਂ ਰਿਹਾ ਜਿਨ੍ਹਾਂ ਨੇ ਉਹਦੇ 'ਚ ਕੰਮ ਕੀਤਾ ਸੀ, ਹੈ ਨਾ। ਤਾਂ ਅਸੀਂ ਲੱਕੀ ਹਾਂ ਜੀ, ਇਹੋ ਜਿਹੀ ਫਿਲਮ ਦੇ ਨਾਲ ਜੁੜੇ ਹਾਂ ਅਸੀਂ ਸਾਰੇ ਜਾਣੇ। ਔਰ ਸਾਰੇ ਆਰਟਿਸਟ ਹੁਣ ਤੱਕ ਉਹ ਪੰਜਾਬ ਦੇ ਚੋਟੀ ਦੇ ਆਰਟਿਸਟ ਨੇ ਜਿਨ੍ਹਾਂ ਨੇ ਉਦੋਂ ਪਹਿਲੀ ਵਾਰੀ ਇਹਦੇ 'ਚ ਕੰਮ ਕੀਤਾ ਸੀ। ਓਕੇ, ਸੋ ਪਹਿਲੇ ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ। ਤੇ ਤੁਸੀਂ ਦੇਖ ਹੀ ਰਹੇ ਹੋ ਕਿ ਇਹੀ ਮਸਤੀ ਮਜ਼ਾਕ ਜਿਹੜਾ ਹੈ ਅਸੀਂ ਵੇਖਦੇ ਆ ਰਹੇ ਹਾਂ ਪਿਛਲੇ ਬਹੁਤ ਮਹੀਨਿਆਂ ਤੋਂ ਔਨ ਦਾ ਸੋਸ਼ਲ ਮੀਡੀਆ। ਕੈਰੀ ਔਨ ਜੱਟਾ, ਮੈਂ ਕਹਿੰਦੀ ਹਾਂ ਕਿ ਇਹੋ ਜਿਹਾ ਮਾਸਟਰਪੀਸ ਬਣਿਆ ਕਿ ਉਸ ਤੋਂ ਬਾਅਦ ਕੈਰੀ ਔਨ ਜੱਟਾ 2 ਐਂਡ ਹੁਣ 3 ਜਿਹੜੀ ਹੈ ਰਿਲੀਜ਼ ਹੋਣ ਵਾਲੀ ਹੈ। ਔਰ ਕਿਸ ਵੱਡੇ ਕਹਿ ਸਕਦੇ ਕਿ ਕੈਨਵਸ ਤੇ ਫਿਲਮ ਬਣਾਈ ਗਈ ਹੈ ਔਰ ਕਿਸ ਤਰ੍ਹਾਂ ਵੱਡੇ ਮਜ਼ਾਕ ਕਰਕੇ ਬਣਾਈ ਗਈ ਹੈ, ਇਹ ਅਸੀਂ ਇਹਨਾਂ ਕੋਲੋਂ ਜਾਣਾਂਗੇ। ਪਹਿਲੇ ਤਾਂ ਦੋਨਾਂ ਦਾ ਸਵਾਗਤ ਹੈ ਐਂਡ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਤੇ ਤੁਸੀਂ ਬੜਾ ਫਾਬਰ ਰਹੇ ਹੋ, ਬਹੁਤ ਜੱਜ ਰਹੇ ਹੋ, ਅਸੀਂ ਇਹਨਾਂ ਨੂੰ ਬਹੁਤ ਘੱਟ ਇਦਾਂ ਲਿਬਾਸ ਦੇ ਵਿੱਚ ਵੇਖਦੇ ਹਾਂ। ਸੋ ਕਵਿਤਾ, ਕਿੰਨਾ ਔਖਾ ਲੱਗਦਾ ਤਿਆਰ ਹੋਣਾ ਵੈਸੇ ਤੁਹਾਨੂੰ? हाय मैं क्या निक्कर पहन के आ जाती हूँ हर बार, जो कि पहली बार देख रहे हैं। ਮੈਂ ਤਾਂ ਬਹੁਤ ਘੱਟ ਤੁਹਾਨੂੰ ਦੇਖਿਆ ਹੈ ਕਿ ਤੁਸੀਂ ਇੰਨਾ ਡਰੈਸਡ ਅਪ ਹੋ। I hate dressing up. That is मतलब it मेरा ऑक्यूपेशन है उसके साथ doesn't go. बट नहीं, वही मैं बोल रही हूँ कि एवरी टाइम आई प्ले अ कैरेक्टर ना, मुझे ना थोड़ा रियल कैरेक्टर प्ले करने में ही किक मिलती है।
मुझे सिर्फ ड्रेस्ड अप होने में और खूब सुपर मॉडल बनने में कोई किक नहीं मिलती। शायद मैंने क्योंकि अपने कॉलेज टाइम में इतनी मॉडलिंग कर ली है दिल्ली में ना, चल चल के हील्स पहन के खूब सारे शोज मैंने इतने कर लिए, दैट आई फील दैट मुझे एज अ परफॉर्मर किक तब मिलती है जब मैं एक रियल बंदा लगूँ, एज एन रियल इंसान लगूँ, हु इज़ ऑब्वियसली रियल में हम कभी भी इतने वो नहीं होते हैं, यू नो, लाइक ऑल द टाइम सो डॉल्ड अप। बट ऑफ कोर्स व्हेन यू आर प्रमोटिंग अ फिल्म तब मेरी ये यू नो हैंडलूम साड़ीज एंड मेरी ये पूरी जो कलेक्शन है ये तब बाहर आती है। सो या ਬਹੁਤ ਮੁਬਾਰਕਾਂ ਨੇ ਤੁਹਾਨੂੰ, ਬਹੁਤ ਅੱਛਾ ਪਿਆਰ ਮਿਲ ਰਿਹਾ ਤੁਹਾਨੂੰ ਟ੍ਰੇਲਰ ਤੋਂ, ਸੋ ਕੰਗ੍ਰੈਚੁਲੇਸ਼ਨਸ। थैंक यू सो मच। ਇਹ ਕਾਲੇ ਕਾਲੇ ਕੱਪੜੇ ਕਹਿੰਦੇ ਮੈਂ ਪਤਾ ਨਹੀਂ ਕਿਹਾ ਹੀ ਵੀ ਨਹੀਂ ਕਿਹਾ ਸੀ ਪਾਉਣ ਨੂੰ, ਹੁਣ ਆਪੇ ਹੀ ਦੱਸ ਦਿਓ ਵੀ ਇਹ ਸਲਾਹ ਕਰਕੇ, ਕਿਉਂਕਿ ਜਦੋਂ ਕਪਿਲ ਦੇ ਗੱਲ 'ਚ ਵੀ ਕਹਿੰਦੇ ਇੱਕ ਕਪਿਲ ਦੇ ਆਪੇ ਚਿੱਟੇ ਪਾਏ ਸੀ, ਇੱਥੇ ਕਾਲੇ ਪਏ, ਇੱਕ ਕਪਲ ਸ਼ਰਮਾ ਸ਼ੋ, ਇੱਕ ਕਪਿਲ ਸ਼ਰਮਾ ਸ਼ੋ। ਸਾਡਾ ਕਪਲ ਹੈ ਨਾ ਜੀ, ਇਹਦੇ ਵਿੱਚ ਕਪਲ, ਕਿਉਂਕਿ ਅਸੀਂ ਦੋਨੇ ਪੇਅਰ ਦੇ ਵਿੱਚ ਕੰਮ ਕਰ ਰਹੇ ਹਾਂ। ਸੋ ਬਾਬਾ ਆਪਦੇ ਆਪ ਹੀ ਦੇਖੋ, ਉਧਰ ਗਿੱਪੀ ਨੇ ਵੀ ਅੱਜ ਖੈਰ ਬਲੈਕ ਪਾਇਆ ਜੀ, ਹੈਨਾ, ਉਹ ਨਹੀਂ ਨਾ ਹੈਗੇ ਹੁਣ ਫਰੇਮ 'ਚ, ਇਸ ਕਰਕੇ ਤੁਸੀਂ ਗੱਲ ਨਾ ਬਦਲੋ। ਨਹੀਂ ਮੈਂ ਕਹਿਤਾ ਸੀ, ਮੈਂ ਕਿਹਾ ਵੀ ਇਹੀ ਬਲੈਕ ਹੀ ਪਾ ਕੇ ਆਉਣੇ ਅੱਜ ਜੀ। ਸੋ ਅਸੀਂ ਪਹਿਲੇ ਵੀ ਗੱਲ ਕਰ ਰਹੇ ਸੀ, ਉਹ ਮੈਨੂੰ ਲੱਗਦਾ ਹੈ ਗੱਲ ਹੋਣੀ ਜ਼ਰੂਰੀ ਵੀ ਬਹੁਤ ਹੈ, ਕਿਉਂਕਿ ਜਦੋਂ ਕੈਰੀ ਔਨ ਜੱਟਾ ਆਈ ਸੀ, ਕੈਰੀ ਔਨ ਜੱਟਾ ਇੱਕ ਇਹੋ ਜਿਹੀ ਫਿਲਮ ਹੈ ਸਾਡੀ ਪੰਜਾਬੀ ਇੰਡਸਟਰੀ ਦੀ ਜਿਹਨੇ ਮੁੜ ਕੇ ਇੰਡਸਟਰੀ ਡਿੱਗਣ ਹੀ ਨਹੀਂ ਦਿੱਤੀ ਜੀ, ਹੈ ਨਾ, ਟ੍ਰੈਂਡ ਸ਼ੁਰੂ ਕੀਤਾ, ਮਾਸਟਰਪੀਸ ਬਣਿਆ ਸਾਨੂੰ ਜੀ। ਮੈਂ ਕਿਹਾ ਜਦੋਂ ਅਸੀਂ ਫਸਟ ਕੈਰੀ ਔਨ ਜੱਟਾ ਕੀਤੀ ਸੀ ਨਾ ਜੀ 12 ਦੇ ਵਿੱਚ, ਅਸੀਂ 4-4 5-5 ਸਾਲ ਕੋਈ ਵਿਹਲਾ ਨਹੀਂ ਰਿਹਾ ਜਿਨ੍ਹਾਂ ਨੇ ਉਹਦੇ 'ਚ ਕੰਮ ਕੀਤਾ ਸੀਗਾ ਜੀ, ਹੈਨਾ। ਤਾਂ ਅਸੀਂ ਲੱਕੀ ਹਾਂ ਜੀ, ਇਹੋ ਜਿਹੀ ਫਿਲਮ ਦੇ ਨਾਲ ਜੁੜੇ ਹਾਂ ਅਸੀਂ ਸਾਰੇ ਜਣੇ, ਔਰ ਸਾਰੇ ਆਰਟਿਸਟ ਹੁਣ ਤੱਕ ਉਹ ਪੰਜਾਬ ਦੇ ਚੋਟੀ ਦੇ ਆਰਟਿਸਟ ਨੇ ਜਿਨ੍ਹਾਂ ਨੇ ਉਦੋਂ ਪਹਿਲੀ ਵਾਰੀ ਇਹਦੇ 'ਚ ਕੰਮ ਕੀਤਾ ਸੀ ਜੀ। ਬਿਲਕੁਲ ਸਹੀ। ਤੇ ਟਰਾਂਸਫਾਰਮੇਸ਼ਨ ਦੀ ਮੈਂ ਗੱਲ ਕਰਨੀ ਚਾਹਾਂਗੀ, ਕਿਉਂਕਿ ਉਸ ਫਿਲਮ ਦੇ ਵਿੱਚ ਅਸੀਂ ਦੇਖਿਆ ਹੈ ਤੁਹਾਡਾ, ਔਰ ਹੁਣ ਅਸੀਂ ਜੇ ਦੇਖਦੇ ਹਾਂ ਹੈ ਨਾ ਤੁਹਾਡੀਆਂ ਟਰਾਂਸਫਾਰਮੇਸ਼ਨਸ ਅਸੀਂ ਕਿੱਦਾਂ ਨਾਲ ਦੇ ਨਾਲ ਦੇਖਦੇ ਰਹੇ ਹਾਂ। ਸੋ ਬਿਨੂ, ਖੁਦ ਨਾਲ ਜਦੋਂ ਗੱਲ ਕਰਦੇ ਹੋ, ਜਦੋਂ ਉਹ ਦੌਰ ਵੇਖਦੇ ਹੋ, ਜਦੋਂ ਅੱਜ ਵੇਖਦੇ ਹੋ ਕੈਰੀ ਔਨ ਜੱਟਾ 1 ਟੂ ਕੈਰੀ ਔਨ ਜੱਟਾ 3, ਸੋ ਆਪਣੇ ਆਪ ਨਾਲ ਕੀ ਗੱਲ ਕਰਦੇ ਹੋ ਖੁਦ ਦੀ ਟਰਾਂਸਫਾਰਮੇਸ਼ਨ ਨੂੰ ਲੈ ਕੇ ਜਾਂ ਪਰਫਾਰਮੈਂਸ ਨੂੰ ਲੈ ਕੇ? ਇੱਕ ਛੋਟੀ ਜਿਹੀ ਗੱਲ ਦੱਸ ਦਿੰਦੇ ਇਹਦੇ ਵਿੱਚ ਦਾ ਨਾ, ਮੈਨੂੰ ਕਿਸੇ ਨੇ ਪੁੱਛਿਆ, ਕਿਉਂਕਿ ਕਾਫੀ ਸੈਕਰੀਫਾਈਸਿਸ ਕਰਨੇ ਪੈਂਦੇ ਨੇ ਤੁਹਾਨੂੰ ਜਦੋਂ ਆਪਣੇ ਆਪ ਨੂੰ ਫਿੱਟ ਕਰਨਾ। ਇੱਕ ਤੁਹਾਡੀ ਗੱਲ, ਜਦੋਂ ਕੰਮ ਦੇ ਦੁਆਲੇ ਘੁੰਮਦੀ ਹੈ ਤੁਹਾਡੀ ਜ਼ਿੰਦਗੀ, ਹੈ ਨਾ, ਜਦੋਂ ਕੋਈ ਕੰਮ ਹਿੱਟ ਹੁੰਦਾ ਤਾਂ ਤੁਸੀਂ ਹੋਰ ਜ਼ਿੰਮੇਵਾਰੀਆਂ ਤੁਹਾਡੀਆਂ ਵੱਧ ਜਾਂਦੀਆਂ ਨੇ, ਤੁਹਾਨੂੰ ਕਹਿੰਦੇ ਵੀ ਹੋਰ ਸੋਹਣੇ ਲੱਗੀਏ, ਹੋਰ ਵਧੀਆ ਤਰੀਕੇ ਨਾਲ ਅੱਗੇ ਕੰਮ ਕਰੀਏ। ਤਾਂ ਕਿਸੇ ਨੇ ਪੁੱਛਿਆ ਮੈਨੂੰ, ਕਹਿੰਦੇ ਤੁਸੀਂ ਬੜਾ ਫਿੱਟ ਫੁੱਟ ਰੱਖਦੇ ਹੋ ਆਪਦੇ ਆਪ ਨੂੰ, ਕੀ ਕਰਦੇ ਹੋ? ਮੈਂ ਕਿਹਾ ਨਹੀਂ ਯਾਰ, ਬਸ ਵੀ ਜ਼ਿਆਦਾ ਖਿਆਲ ਰੱਖੀਦਾ, ਖਾਣ ਪੀਣ ਦਾ ਖਿਆਲ ਰੱਖੀਦਾ। ਕਹਿੰਦਾ ਕੀ ਖਿਆਲ ਰੱਖਦਾ? ਮੈਂ ਕਿਹਾ ਰੋਟੀ ਨਹੀਂ ਖਾਂਦਾ ਮੈਂ। ਕਹਿੰਦਾ ਕਦੋਂ ਦਾ? ਮੈਂ ਕਿਹਾ ਜਦੋਂ ਦੀ ਮਿਲਣ ਲੱਗੀ ਹੈ। ਵਾਓ, ਰਾਈਟ। ਤਾਂ ਉਹੀ ਹੈ ਵੀ ਜਦੋਂ ਤੁਹਾਨੂੰ ਸਿਖਾਲੇ ਹੋ ਜਾਂਦੇ ਹੋ, ਸਾਰਾ ਕੁਝ ਤੁਸੀਂ ਅਫੋਰਡ ਕਰ ਸਕਦੇ ਹੋ, ਸਾਰਾ ਕੁਝ ਖਾ ਸਕਦੇ ਹੋ, ਉਹਦੀ ਉਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਜਿਵੇਂ ਕੋਈ ਨਾ ਕੁਦਰਤ ਹੈ ਜੀ ਤੁਹਾਡੀ ਟੰਗ ਖਿੱਚ ਕੇ ਰੱਖਦੀ ਹੈ, ਕੋਈ ਨਾ ਇੱਕ ਹੱਥ ਆਪਦੇ ਡੋਰ ਆਪਦੇ ਹੱਥ 'ਚ ਰੱਖਦੀ ਹੈ। ਹੁਣ ਸਵਾਦ ਬੜਾ ਵਧੀਆ ਲੱਗਦਾ ਸੀ, ਸਾਰੇ ਇਕੱਠੇ ਬੈਠੇ ਸੀ, ਹੁਣ ਸਵੀਟ ਡਿਸ਼ ਸੀਗੀ ਉੱਥੇ, ਹੈ ਨਾ, ਖਾਣਾ ਖਾ ਕੇ ਹਟਿਆ, ਨਹੀਂ ਖਾ ਹੀ ਨਹੀਂ ਸਕਦੇ, ਹੈ ਨਾ। ਤਾਂ ਜ਼ਿੰਮੇਵਾਰੀਆਂ ਨੇ ਆਪਣੀਆਂ ਆਪਦੇ ਆਪ ਲਈ, ਮੇਰੇ ਆਪਦੇ ਆਪ ਲਈ ਵੀ, ਮੇਰੇ ਓਨੈਸਟੀ ਆਪਣੇ ਪ੍ਰਤੀ ਵੀ। ਜੇ ਮੈਂ ਵਧੀਆ ਨਹੀਂ ਲੱਗੂੰਗਾ ਤਾਂ ਕਿਹਨੇ ਦੇਖਣਾ ਮੈਨੂੰ? ਘੱਟੋ ਘੱਟ ਇਹ ਤਾਂ ਹੋਵਾਂ ਘੱਟ ਵੀ ਆਪਾਂ ਸੁਸਾਇਟੀ ਦੇ ਰੋਲ ਮਾਡਲ ਹੁੰਦੇ, ਜਿੰਨੇ ਟੀਵੀ ਤੇ ਆਉਂਦੇ ਆ ਜਾਂ ਜਿੰਨੇ ਅਦਾਕਾਰ ਹੁੰਦੇ ਆ, ਕਲਾਕਾਰ ਹੁੰਦੇ ਆ, ਤਾਂ ਉਹਨਾਂ ਜਿੰਨਾ ਕੁ ਆਪਣੇ ਹੱਥ 'ਚ ਆ ਉਹ ਤਾਂ ਕਰੀਏ। ਬਾਕੀ ਤਾਂ ਵਾਹਿਗੁਰੂ ਦੇ ਹੱਥ 'ਚ ਆ, ਆਡੀਅנס ਦੇ ਹੱਥ 'ਚ ਹੈ ਨਾ। ਜਿੰਨਾ ਮੇਰੇ ਹੱਥ 'ਚ ਪਾਰਟ ਆਇਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਡਿਲੀਵਰ ਕਰੀਏ। ਜੀ ਬਹੁਤ ਸੋਹਣੀ ਤੁਸੀਂ ਗੱਲ ਕਹੀ ਆ, ਮੈਨੂੰ ਸੱਚੀ ਮੇਰੇ ਦਿਲ ਨੂੰ ਲੱਗੀ ਹੈ ਕਿ ਉਦੋਂ ਦੀ ਖਾਣੀ ਬੰਦ ਕੀਤੀ ਜਦੋਂ ਤੋਂ ਮਿਲਣੀ ਸ਼ੁਰੂ ਹੋਈ ਹੈ। ਸੋ ਬਹੁਤ ਅੱਛੀ ਗੱਲ ਹੈ। ਸੋ ਤੁਸੀਂ ਬਹੁਤ ਸੋਹਣਾ ਕੈਰੀ ਆਪਣੇ ਆਪ ਨੂੰ ਕਰ ਰਹੇ ਹੋ, ਸਾਨੂੰ ਵਧੀਆ ਲੱਗਦਾ ਹੈ। ਸ਼ੁਕਰ ਥੈਂਕ ਯੂ। ਸੋ ਕਵਿਤਾ, ਪੰਜਾਬੀ ਇੰਡਸਟਰੀ ਨੂੰ ਜਦੋਂ ਤੁਸੀਂ ਵੇਖਦੇ ਹੋ, ਜਦੋਂ ਤੋਂ ਤੁਸੀਂ ਫਿਲਮਾਂ ਵੇਖਣੀਆਂ ਸ਼ੁਰੂ ਕੀਤੀਆਂ ਹੋਣਗੀਆਂ, ਫਿਲਮਾਂ ਨਾਲ ਪਿਆਰ ਪਿਆ ਹੋਏਗਾ, ਸੋ ਤੁਸੀਂ ਖੁਦ ਦੇ ਨਾਲ ਕੀ ਗੱਲਾਂ ਬਾਤਾਂ ਕਰਦੇ ਹੋ ਖੁਦ ਦੀ ਗਰੂਮਿੰਗ ਨੂੰ ਲੈ ਕੇ ਜਾਂ ਖੁਦ ਦੀ ਟਰਾਂਸਫਾਰਮ ਨੂੰ ਲੈ ਕੇ? ਕਿਉਂਕਿ ਮੈਂਟਲ ਔਰ ਫਿਜ਼ੀਕਲ ਦੋ ਤਰ੍ਹਾਂ ਦੀ ਟਰਾਂਸਫਾਰਮੇਸ਼ਨ ਹੁੰਦੀ ਹੈ ਜਿੱਦਾਂ ਜਿੱਦਾਂ ਅਸੀਂ ਕੰਮ ਕਰਦੇ ਜਾਂਦੇ ਹਾਂ। ਸੋ ਤੁਸੀਂ ਕੈਰੀ ਔਨ ਜੱਟਾ 3 'ਚ ਜਦੋਂ ਕੰਮ ਕਰ ਰਹੇ ਸੀਗੇ, ਹੈ ਨਾ, ਤੇ ਕਿੱਦਾਂ ਖੁਦ ਨਾਲ ਗੱਲਬਾਤ ਕਰਦੇ ਸੀ ਜਦੋਂ ਵੈਨਿਟੀ 'ਚ ਤਿਆਰ ਹੁੰਦੇ ਸੀ, ਜਦੋਂ ਕਰੈਕਟਰ ਪ੍ਰਿਪੇਅਰ ਕਰਦੇ ਸੀ? ਕਵਿਤਾ ਨੂੰ ਲੈ ਕੇ, ਕਵਿਤਾ ਬਾਰੇ ਕੀ ਸੋਚਦੀ है? एक्चुअली मेरी जो इस मामले में जो स्कूलिंग हुई है ना, वो बिल्कुल थोड़ी सी ऑपोजिट हुई है। जब हम FIR करते थे तो जो हमारे डायरेक्टर थे वो हमेशा मुझे कहते थे कि मुझे इतनी प्रेपरेशन नहीं चाहिए। वो ये कहते थे कि थोड़ा सा ना माँ सरस्वती पे भरोसा करो, अपने टैलेंट पे। ऑफ कोर्स यू नो, डोंट बिकम लाइक, डोंट डू रॉन्ग थिंग्स एंड डोंट बिकम लेजी, बट FIR was 80% improvisation on set. So he used to say कि observe करो, रियल जो ह्यूमंस है ना आपके आसपास, और वही इंडिया की तो ब्यूटी यही है कि इतनी वैरायटी ऑफ एक्सेंट्स हैं, इतने वैरायटी ऑफ लैंग्वेजेस, इतने वैरायटी ऑफ स्मॉल टाउन्स, वहाँ का लहजा, हर किसी की एक अलग बात करने की, यू नो, वेशभूषा, बहुत वैरायटी है। ऑब्जर्व दैट, उसको इनकॉर्पोरेट करो, रियल इंसान प्ले करो यू नो शो में। और थोड़ा सा वाइल यू आर परफॉर्मिंग,
Of course, do your prep, you know, don't be like really overweight and all that. Of course not. Be fit, be this thing, be alert, be sharp. And then when you're on set, let the team work. वो पकने दो. वो कहते हैं ना कि एक वो पकवान है, उसको पकने दो. इतना प्रिपेयर करके आ जाओगे ना तो वो मज़ा निकल जाएगा. तो माँ सरस्वती को भी ब्लेस करने दो और सारी टीम अपना अपना टैलेंट लेकर आओ और फिर खेलो. So we used to play. There was more of natural improvisations, and with each character that I play, I like to keep this alive. कि let me see set पे जाके क्या एक निकल के आता है, you know, क्या कैरेक्टर निकल के आता है. अगर कोई लिस्प पकड़ना है, एक्सेंट पकड़ना है, एक डिफरेंट लहजा पकड़ना है, तो वो भी ऑन सेट लुकिंग एट एवरीवन्स केमिस्ट्री. ऐसा भी नहीं कि एक बंदा बिल्कुल ही अलग परफॉर्म कर रहा है, इज नॉट गोइंग विद द यू नो व्हाट द टीम इज डूइंग. सो दैट, तो ऑनेस्टली आई एम नेवर वेरी ओवर प्रिपेयर्ड. I let God do most of the work than I do, and yeah, I think I'm more blessed and lucky than I'm talented. ਵੈਰੀ ਨਾਈਸ. ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਇੰਪਰੋਵਾਈਜ਼ੇਸ਼ਨ ਸੈੱਟ ਤੇ ਚੀਜ਼ਾਂ ਪੱਕਦੇ ਨੇ, ਤੁਸੀਂ ਤਾਂ ਬੜਾ ਹੀ ਕੁਝ ਪਕਾਇਆ ਹੈ. ਤੇ ਹੁਣ ਆਪੇ ਵੀ ਦੱਸ ਦਿਓ ਵੀ ਇਹ ਜਿੱਦਾਂ ਕਹਿੰਦੇ ਵੀ ਕਰੈਕਟਰ ਦੀ ਗੱਲ ਤੇ ਵੱਡੇ ਵਾਲੇ ਹਸਬੈਂਡ ਬਣ ਕੇ ਕਿ ਕੀ ਆਈ ਮੀਨ ਵੱਡੇ ਵੱਡੇ ਡੈਡੀ ਹੁਣ ਤੱਕ ਸੁਣਿਆ ਸੀ, ਵੱਡੇ ਮੰਮੀ ਸੁਣਿਆ, ਸਾਡੇ ਘਰਾਂ ਚ ਕਹਿੰਦੇ ਨਾ ਤਾਇਆ ਤਾਈ ਨੂੰ ਜਾਂ ਵੱਡੇ ਦਾਦਾ ਦਾਦੀ. ਅਸੀਂ ਨਾ ਪਰਦਾ ਚੱਕਣਾ ਨਹੀਂ ਚਾਹੁੰਦੇ ਉਹ ਸਾਰੇ ਉਸ ਤੋਂ. ਦੈਟਸ ਵਾਈ ਉੱਥੇ ਤੱਕ ਤਾਂ ਨਹੀਂ ਜਾਂਦਾ. ਪਰ ਦੇਖੋ ਜਿਹੜੀ ਕਾਮੇਡੀ ਹੈ ਉਹ ਕਦੇ ਵੀ ਇਨਵਾਈਟਡ ਕਾਮਰਸ ਦੇ ਵਿੱਚ ਨਹੀਂ ਲਿਪਟੀ ਰਹਿ ਸਕਦੀ. ਇੰਪਰੋਵਾਈਜ਼ਡ ਹਮੇਸ਼ਾ ਤੁਸੀਂ ਇੰਪਰੋਵਾਈਜ਼ ਕਰਦੇ ਰਹਿੰਦੇ ਹੋ. ਸੋ ਤੁਸੀਂ ਦੇਖਦੇ ਹੋਗੇ ਸਾਡਾ ਕਈ ਵਾਰੀ ਦਿਨ 'ਚ 1 ਜਾਂ 2 ਸੀਨ ਸ਼ੂਟ ਹੁੰਦੇ ਸੀਗੇ. ਔਰ ਇੰਗਲੈਂਡ ਬੈਠੇ ਹੋ, ਇੰਨਾ ਐਕਸਪੈਂਸਿਵ ਚੱਲ ਰਿਹਾ ਸਾਰਿਆਂ ਦਾ ਰਹਿਣਾ ਸਹਿਣਾ ਖਾਣਾ, ਔਰ ਸਟਾਰ ਕਾਸਟ ਐਡੀ ਵੱਡੀ ਹੈ. ਪਰ ਫਿਰ ਵੀ ਇੱਕ ਸੀਨ ਤੋਂ ਪਹਿਲਾਂ ਅਸੀਂ 2-2 ਘੰਟੇ ਬੈਠ ਕੇ ਆਪਸ ਗੱਲਾਂ ਮਾਰਦੇ ਸੀਗੇ ਉਸੇ ਸੀਨ ਬਾਰੇ, ਲਾਈਕ ਵੀ ਇੰਪਰੋਵਾਈਜ਼ ਕਰੋ ਕੀ ਹੋ ਰਿਹਾ ਆਪਸ ਕੋਈ ਵੀ ਗੱਲ ਨਿਕਲੀ, ਕੋਈ ਇੱਧਰ ਨਿਕਲ ਜਾਣਾ ਉੱਧਰ ਨਿਕਲ ਜਾਣਾ. ਪਰ ਉਹ 'ਚੋਂ ਵਧੀਆ ਗੱਲਾਂ ਨਿਕਲੇ ਆਉਂਦੀਆਂ ਕਈ ਵਾਰੀ, ਬਹੁਤ ਜ਼ਿਆਦਾ ਗੱਲਾਂ ਵਧੀਆ ਨਿਕਲੀਆਂ ਜਿਹੜੀਆਂ ਤੁਸੀਂ ਸੀਨ ਦੇ ਵਿੱਚ ਤੁਸੀਂ ਇੰਜੋਏ ਕਰੋਗੇ ਇਸ ਸਾਰੀ ਮੂਵੀ ਨੂੰ. ਓਕੇ. ਤੇ ਮੈਂ ਇਹ ਸੁਣਿਆ ਬੀਨੂ ਵੀ ਸੋਨਮ ਜਿੱਦਾਂ ਆਪਣੀ ਬਿਊਟੀ ਦਾ, ਆਪਣੀ ਸਕਿਨ ਦਾ ਬਹੁਤ ਖਿਆਲ ਰੱਖਦੇ ਨੇ ਆਪਣੇ ਪ੍ਰੋਡਕਟ. ਤੁਸੀਂ ਕੱਲਾ ਪ੍ਰੋਡਕਟ ਚੈੱਕ ਵੀ ਕੀਤਾ ਤੇ ਮੈਂ ਇਹ ਵੀ ਸੁਣਿਆ ਵੀ ਤੁਸੀਂ ਖੁਦ ਤੇ ਉਹਨੂੰ ਲਗਾਉਣਾ ਵੀ ਸ਼ੁਰੂ ਕੀਤਾ. ਉਹ ਆਪਣੇ ਤਾਂ ਪੰਜਾਬ ਸਾਰਿਆਂ ਦੀ ਆਦਤ ਹੁੰਦੀ ਹੈ ਪੰਜਾਬੀ ਦੀ ਵੀ, ਚਾਹ ਪੀਂਦਾ ਕਹਿੰਦਾ ਚਾਹ ਪੀ. ਸਾਰੇ ਪੰਜਾਬੀ ਹੀ, ਤੁਸੀਂ ਕੱਲੇ ਪ੍ਰੋਡਕਟ ਤੇ ਧਿਆਨ ਜ਼ਿਆਦਾ ਨਹੀਂ ਰੱਖਿਆ. ਗਿੱਪੀ ਨੇ ਵੀ ਨਾਲ ਕੀਤਾ, ਮੈਂ ਐਂਡ ਗਿੱਪੀ ਅਸੀਂ ਨਾਲ ਹੀ ਹੱਥ ਕਰਦੇ ਜਦੋਂ ਕੁਝ ਵੀ ਮੋਇਸਚਰਾਈਜ਼ਰ ਲੈ ਫੜਾਓ, ਇੱਧਰ ਵੀ ਦਿਓ, ਫਲਾਣੀ ਚੀਜ਼ ਦਿਓ. ਫਿਰ ਅਸੀਂ ਖੋਲ ਕੇ ਦੇਖਣ ਲੱਗੇ ਵੀ ਪ੍ਰੋਡਕਟ ਹੈ ਕਿਹੜੇ ਤੁਸੀਂ ਕੀ ਕੁਝ ਲਾਉਂਦੇ ਹੋ. ਤਾਂ ਉਹ ਜੋ ਡੱਬੀਆਂ ਦਾ ਢੇਰ ਨਿਕਲਿਆ ਅੰਦਰੋਂ ਨਾ 100 ਡੱਬੀ ਹੋਣੀ ਹੈ ਜੋ. ਫਿਰ ਮੈਂ ਕਾਫੀ ਇਹਦੀ ਫੋਟੋ ਵੀ ਖਿੱਚ ਲਈਆਂ. ਠੀਕ ਹੈ. ਔਰ ਫੋਟੋਆਂ ਖਿੱਚਣ ਤੋਂ ਬਾਅਦ ਖਰੀਦਦੇ ਆ ਵੀ ਉਹ ਹੈ ਨਾ, ਔਰ ਉਹਨੇ ਲਗਾਉਂਦੇ ਵੀ ਨੇ. ਖਰੀਦ ਨਹੀਂ ਸਕਦੇ ਆਪਾਂ. ਅੱਜ ਪੂਰਾ ਚਮਕ ਰਹੇ ਹੋ. ਹੈ ਜੀ, ਚਮਕ ਰਹੇ ਹੋ ਮੈਂ ਕਿਹਾ. ਅੱਛਾ, ਥੈਂਕ ਯੂ ਸੋ ਮਚ, ਥੈਂਕ ਯੂ. ਸੋ ਤੁਸੀਂ ਰੋ ਪਏ ਸੀ ਜਦੋਂ ਰੈਪ ਅਪ ਹੋਇਆ ਸੀਗਾ? ਸਾਰਿਆਂ ਨੇ ਪਿਆਰ ਹੀ ਇਹਨਾਂ ਦਿੱਤਾ. ਉਸ ਤੋਂ ਬਾਅਦ ਇਹਨਾਂ ਨੂੰ ਐਂ ਲੱਗਿਆ ਵੀ ਉਹ ਫੈਮਿਲੀ ਕੋਲੋਂ ਜਾਣਾ ਨਾ, ਬਲਕਿ ਇਹਨਾਂ ਦੀ ਖੁਦ ਦੀ ਫੈਮਿਲੀ ਆਈ ਹੋਈ ਸੀ ਉੱਥੇ. This is not true. ਕੋਈ ਪਿਆਰ ਨਹੀਂ ਦਿਆ ਇਹਨਾਂ ਨੇ ਮੁਝੇ. ਕੀ ਹੁਣ ਸੱਚ ਦੱਸੋ, ਫਿਰ ਤੁਸੀਂ ਇਮੋਸ਼ਨਲ ਹੋਏ ਕਿਉਂ, ਤੰਗ ਕੀਤਾ ਇਹਨਾਂ ਨੇ? नहीं, you know, I get very attached to the character that I'm playing. I'm very self-obsessed. Maybe you can say that. But मुझे ना, मैं उस कैरेक्टर को बहुत जीती हूँ जो मैं प्ले करती हूँ. वो मेरे लिए रियल हो जाता है उस वक्त के लिए, ठीक है, क्योंकि वो मेरा फिर पैशन ऑब्सेशन हो जाता है वो कैरेक्टर जो मैं प्ले कर रही हूँ. क्योंकि मैं फिर कविता से डिसोसिएट हो जाती हूँ और मैं उस जो वो किरदार है उसी को पहचानती हूँ. तो जब वो ख़त्म होता है ना, तो उसके छूटने की और उसको बाय बाय कहने की का जो मोमेंट होता है वो मेरे साथ हमेशा होता है विथ एवरी प्रोजेक्ट. चलो इस बार तो इन लोगों ने देख लिया, बट आई हैव क्राइड आफ्टर बधाइयाँ जी बधाइयाँ पैकअप, नॉट फॉर एनीथिंग एल्स बट बिकॉज आई वाज सेइंग बाय टू गगन व्हिच इज माय कैरेक्टर. और यू नो एक बराता चलिया और ननकाना और व्हाटएवर मिंदो और व्हाटएवर फिल्म्स आई हैव डन विद चंद्रमुखी चौटाला. तो इट वाज अ बैटल टू रिमूव हर फ्रॉम मी, क्योंकि वो इतनी ऐसे हो गई थी मेरे अंदर, मेरी चाल वैसी हो गई थी, मेरे अंदर एक बहुत ही मर्दाना आवाज़ बैठ गई थी जो उसको रिमूव करने में मुझे बहुत साल और बहुत मेहनत लगी है. सो दिस इज़ आई थिंक मेरा एक प्रॉब्लम है ये, कि मैं अपने कैरेक्टर्स से बड़ी अटैच हो जाती हूँ. एंड कंटिन्यूइंग टू योर प्रीवियस क्वेश्चन, यू नो, मैं जब सेट पे आती हूँ ना, तो मैं इस उसके साथ नहीं आती कि हाँ जी मैंने तो 10 साल का सुपरहिट शो किया हुआ है या मुझे तो ये आता है. नहीं, मैं बिल्कुल ऐसे आती हूँ कि मुझे कुछ नहीं पता, आप सिखाओ. क्योंकि ये मेरी सीख है कि जब आप अपना ब्लैक बोर्ड खाली करते हो. एग्जैक्टली, ਇਸੇ ਲਈ ਫਿਲਮ ਮਹਿੰਗੀ ਬਣੀ ਹੈ. ਪਹਿਲਾਂ ਤਾਂ ਉਹ ਕਹਿੰਦੇ ਖੁਦ ਬਲੈਂਕ ਹੋਏ ਆ ਜਾਂਦੇ, ਪਹਿਲਾਂ ਮੈਨੂੰ ਸਿਖਾਓ, ਫਿਰ 3 ਘੰਟੇ ਨੂੰ ਸਿਖਾਉਣ ਤੇ ਲੱਗੇ. नहीं, you know, I mean, I think एक एक्टर तब बिल्कुल स्टक हो जाता है जब वो ये बोलता है या आई नो दिस,
तब वो ग्रो नहीं कर पाता, वो कुछ और किरदार नहीं कर पाता अगर वो ये बोलता है कि नो नो ट्रस्ट मी ब्रो आई नो. सो आई थिंक दैट्स अ रॉन्ग एटीट्यूड. एटीट्यूड शुड ऑलवेज बी कि आई हैव द टैलेंट, लेकिन आप मुझे तराशो, आप डायरेक्टर हो, आपका क्या विजन है, आप बताओ, आप मुझे एक नया कैरेक्टर करवाओ और वो फिर मैं अपने 100% दे के मैं उसको करूँगी. सो इस जर्नी में ना मैं बहुत अटैच हो जाती हूँ अपने अपने कैरेक्टर्स से, और मेरे को ना वो सब असली लगने लगते हैं कि ये मेरा बच्चा भी है, ये मेरा पति है, ये ਗਿੱਪੀ है. ਮਸਾਲੇ ਕੇ और ਗਿਆ that ਜਿਹੜਾ time- ਕਿ ਕਹਿੰਦਾ ਸਿੰਦਾ ਸਾਡਾ ਹੈ ਸੀਰੀਅਸਲੀ ਬੜਾ ਰੌਲਾ ਪਿਆ ਸੀ ਇਹ ਕਿ ਨਹੀਂ ਦਿਸ ਇਜ਼ ਮਾਈਨ, ਕਹਿੰਦੀ ਮੇਰਾ ਬੱਚਾ ਹੈ, ਕਹਿੰਦੀ ਮੈਂ ਕਿਹਾ ਨਹੀਂ. ਉਹਨਾਂ ਨੇ ਵਿਚਾਰਿਆਂ ਨੇ ਬਸਾਂ ਲੈ ਗਿਆ ਵਾ ਐਂਡ ਚ, ਤਾਂ ਹੁਣ ਉਹ ਡਿਸਾਈਡ ਕੀਤਾ ਉਹਨਾਂ ਨੇ ਵੀ ਇਹਨਾਂ ਦਾ ਬੱਚਾ ਨਹੀਂ ਬਣਾਉਣਾ ਨੈਕਸਟ ਟਾਈਮ. Oh God! नहीं ये थोड़ा ज्यादा है, इतना नहीं. ਵੈਸੇ ਪਿਆਰ ਪੈ ਗਿਆ ਸੀ. हाँ डेफिनेटली, बट या आई थिंक दैट्स द इमोशनल थिंग. इसलिए मैं बस उतना रोती हूँ, उतना बैकअप के टाइम पे या अपने मेकअप रूम में आके फिर मेरा एक थोड़ा ये होता है बाय बाय बोलने का अपने उस कैरेक्टर को. दैट्स इट. ਸੋ ਇਹ ਫਿਲਮ ਵਾਕਈ ਬਹੁਤ ਵੱਡੇ ਕੈਨਵਸ ਦੀ ਫਿਲਮ ਬਣ ਗਈ ਹੈ ਨਾ, ਚਾਹੇ ਬਜਟ ਵਾਈਜ਼ ਕਹਿ ਲਈਏ ਜਾਂ ਨਾਮ ਵੀ ਇੱਕ ਤੋਂ ਇੱਕ ਨਾਮ ਜੁੜੇ ਹੋਏ ਨੇ. ਮੈਨੂੰ ਲੱਗਦਾ ਹੈ ਕਿ ਇਹ ਹੀਰੋਜ਼ ਦੀ ਫਿਲਮ ਹੈ, ਸਾਰੇ ਤੁਸੀਂ ਹੀਰੋਜ਼ ਹੈਗੇ ਹੋ. ਮੈਂ ਤੁਹਾਡੀ ਪਹਿਲੇ ਇੰਟਰਵਿਊ ਵੀ ਸੁਣੀ ਸੀ, ਸਾਡੀ ਵੀ ਸੀ. ਗੱਲ ਕੀਤੀ ਤੇ ਮੈਂ ਇਕੱਠੇ ਸੁਣ ਰਹੇ ਸੀਗੇ, ਉਹਨੇ ਕੱਢ ਕੇ ਦਿਖਾਇਆ, ਮੈਂ ਕਿਹਾ ਕਹਿੰਦੇ ਤੁਹਾਡੇ ਇਹ ਕੋਈ ਇੱਕ ਹੀਰੋ ਨਹੀਂ ਸਾਰੇ ਹੀਰੋ. ਮੈਂ ਕਿਹਾ ਇਹ ਗੱਲ ਗਿੱਪੀ ਦੇ ਮੂੰਹ ਤੇ ਦੱਸਿਓ ਨਾ. ਹਾਂ ਰਾਈਟ. ਤੇ ਫਿਰ ਉਹਨਾਂ ਨਾਲ ਮੁੜ ਕੇ ਤੁਸੀਂ ਕੀਤੀ ਆਪਣਾ ਚਾਈਲਡ ਕੀ ਲੇਬਰ ਚਾਈਲਡ ਨਹੀਂ ਕਰਨਾ? ਹਾਂ ਨਹੀਂ ਦੱਸਿਆ ਮੈਂ. ਅੱਛਾ, ਇੱਕ ਬਹੁਤ ਇੰਪੋਰਟੈਂਟ ਗੱਲ, ਬਿਨੂ ਤੁਸੀਂ ਬਹੁਤ ਸਟਰਗਲ ਕੀਤਾ ਹੈ, ਜੀ। ਸਾਰੇ ਜਾਣਦੇ ਆ, ਬਹੁਤ ਅਸੀਂ ਦੇਖਿਆ ਹੈ ਨਾ ਜੀ। ਕਿ ਕਿਸ ਤਰ੍ਹਾਂ ਨਿੱਕੇ ਨਿੱਕੇ ਕਿਰਦਾਰਾਂ ਤੋਂ, ਔਰ ਉਹ ਵੀ ਕਿੰਨੀ ਜਹਿਦ ਔਰ ਸਟਰਗਲ ਤੋਂ ਬਾਅਦ ਤੁਸੀਂ ਇੰਨਾ ਵੱਡਾ ਇੱਕ ਨਾਮ ਬਣਾਇਆ, ਇੱਕ ਬ੍ਰਾਂਡ ਹੋ. ਸ਼ੁਕਰ. ਜਦੋਂ ਇਸ ਫਿਲਮ ਦੀ ਜਿਹੜਾ ਲਾਂਚ ਹੈ ਟ੍ਰੇਲਰ ਦਾ, ਉਹ ਆਮਿਰ ਖਾਨ ਜੀ ਵੱਲੋਂ ਕੀਤਾ ਗਿਆ. ਤੁਸੀਂ, ਮੈਂ ਦੇਖਿਆ ਇੱਕ ਈਵਨਿੰਗ ਬਹੁਤ ਤੁਹਾਡੀ ਬਿਊਟੀਫੁਲ ਸੀ ਕਿ ਤੁਸੀਂ ਸਾਰੇ ਇਕੱਠੇ ਬੈਠੇ ਸੀ. ਉਦੋਂ ਬਿਨੂ ਖੁਦ ਨਾਲ ਕੀ ਗੱਲ ਕਰ ਰਹੇ ਸੀ, ਉਦੋਂ ਕੀ ਸੋਚ ਰਹੀ ਸੀ ਸਾਰਾ ਮਾਹੌਲ ਵੇਖ ਕੇ? ਉਹ ਜਿਹੇ ਲੇਜੈਂਡ ਬੰਦਿਆਂ ਨੂੰ ਦੇਖ ਕੇ ਨਾ ਆਪਦੇ ਆਪ ਇਦਾਂ ਲੱਗਿਆ ਵੀ ਸਾਡੇ ਆਰਟਿਸਟ ਨਾ ਕਈ ਵਾਰੀ 2 ਫੋਟੋਆਂ 4 ਫੋਟੋਆਂ 5 ਫੋਟੋਆਂ ਕਰਾਉਣ ਤੋਂ ਖਿੱਚ ਜਾਂਦੇ, ਯਾਰ ਤਾਂ ਕਰਾ ਤਾਂ ਲਈ ਹੁਣ. ਜੀ ਉਸ ਬੰਦੇ ਨਾਲ ਅਸੀਂ 100 ਫੋਟੋ ਕਰਾਈ ਹੋਣੀ ਆ. ਉਦੋਂ ਅਸੀਂ ਲੱਗਿਆ, ਉਦੋਂ ਫੀਲ ਆਇਆ ਹੋਣਾ ਸਾਰਿਆਂ ਨੂੰ ਵੀ ਅਸੀਂ ਲੋਕਾਂ ਨੂੰ ਕਿੱਦਾਂ ਕਹਿੰਦੇ ਵੀ ਨਾ ਫੋਟੋ ਕਰਾਓ. ਸਾਡੀ ਫੈਨ ਮੂਵਮੈਂਟ ਸੀਗੀ, ਸਾਰਿਆਂ ਨੂੰ ਬਾਰੀ ਬਾਰੀ ਵੀ ਕਿਹੜੀ ਮੂਵਮੈਂਟ ਅਸੀਂ ਛੱਡ ਨਾ ਦਈਏ ਯਾਰ, ਇਹ ਵੀ कर लिए. और इतनी ग्रेट पर्सनालिटी छोड़ने आए और इतनी खुद ग्रेट कह रहे नहीं किसी की रह गई है तो फोटो करो. Superb. कमाल, और जित लिया, दिल जित लिया. हाँ एक्चुअली ਜੀ. ਸੋ ਲਾਸਟ ਐਂਡ ਲੀਸਟ, ਤੁਸੀਂ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਗਏ ਸੀਗੇ ਹੈ ਨਾ, ਕਿਉਂਕਿ ਉਹ ਇੱਕ ਮਤਲਬ ਨੈਸ਼ਨਲ ਇੱਕ ਇਹੋ ਜਿਹਾ ਸ਼ੋਅ ਹੈ ਜਿਹਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ. ਸਭ ਤੋਂ ਵੱਡਾ ਸ਼ੋਅ ਹੈ ਜੀ ਆਪਣੇ, ਤੇ ਉਹ ਵੀ ਸਾਡੇ ਹੀ ਪਰਿਵਾਰ ਦਾ ਹਿੱਸਾ ਹੈ ਨਾ, ਉਹ ਬੰਬਈ ਕੰਮ ਕਰ ਰਹੇ ਹੈ. ਤੇ ਬਿਨੂ, ਜਦੋਂ ਅਸੀਂ ਆਪਣੇ ਹੀ ਫੈਮਿਲੀ ਦੇ ਪਰਿਵਾਰ ਨੂੰ ਇਦਾਂ ਦੇਖਦੇ ਹਾਂ, ਉੱਤੇ ਦੇਖਦੇ ਹਾਂ, ਤੁਸੀਂ ਸਾਰਿਆਂ ਨੇ ਬੜੀ ਦਿਲ ਖੁੱਲ੍ਹ ਕੇ ਗੱਲਾਂ ਵੀ ਕੀਤੀਆਂ ਉੱਥੇ, ਸੋ ਹਾਊਜ਼ ਦੈਟ ਫੀਲ ਬਿਨੂ? ਬਹੁਤ ਕਮਾਲ. ਜਦੋਂ ਹੁਣ ਪੰਜਾਬ ਦਾ ਕਿਸੇ ਗੱਲ ਨਾਲ, ਪਹਿਲਾਂ ਬਹੁਤ ਵੱਡੀਆਂ ਫੈਮਿਲੀ ਸਾਡੀਆਂ ਜਿਹਦੇ ਧਰਮਜੀ ਹੁਣੀ ਹੈਗੇ ਨੇ, ਸਾਰੇ ਬਰਾਨ ਸਾਹਿਬ ਜਾਂ ਹੋਰ ਕਪੂਰ ਫੈਮਿਲੀ ਲਾ ਲਓ, ਉਹਨਾਂ ਦੀਆਂ ਗੱਲਾਂ ਕਰਦੇ ਸੀ. ਪਰ ਅੱਜ ਦੀ ਘੜੀ ਜਦੋਂ ਪੰਜਾਬ ਦੀ ਗੱਲ ਬੰਬਈ ਚੱਲਦੀ ਹੈ ਤਾਂ ਕਪਿਲ ਸ਼ਰਮਾ ਦੇ ਸ਼ੋਅ ਤੋਂ ਸ਼ੁਰੂ ਹੁੰਦੀ ਹੈ ਨਾ. ਉਹਨਾਂ ਦੀ ਮਿਹਨਤ ਨੇ, ਉਹਨਾਂ ਦੀ ਕਲਾਕਾਰੀ ਨੇ, ਅਦਾਕਾਰੀ ਨੇ, ਉਹਨਾਂ ਦੀ ਲਿਆਕਤ ਨੇ, ਇਹ ਆਪਣੇ ਆਪ ਨੂੰ ਇਸ ਐਡਾ ਰੁਤਬਾ ਦਿਵਾਇਆ ਦੁਨੀਆ ਦੇ ਵਿੱਚ ਹੈ ਨਾ. ਦੁਨੀਆ ਦਾ ਵੱਡਾ ਸ਼ੋਅ, ਅਸੀਂ ਪ੍ਰਾਊਡ ਫੀਲ ਕਰਦੇ ਵੀ ਉਹ ਸ਼ੋਅ ਦੇ ਵਿੱਚ ਅਸੀਂ ਜਾ ਕੇ ਆਏ, ਔਰ ਪੰਜਾਬ ਦਾ ਨਾਂ ਐਡੇ ਵੱਡੇ ਲੈਵਲ ਤੇ ਜਦੋਂ ਕਪਿਲ ਸ਼ਰਮਾ ਦੇ ਨਾਲ ਜੁੜਦਾ ਵੀ ਹੈ ਕਿੱਥੋਂ ਹੈ, ਕਹਿੰਦੇ ਪੰਜਾਬ ਤੋਂ, ਰਾਈਟ ਹੈ ਨਾ. ਉਹ ਫਿਰ ਬਹੁਤ ਬੜਾ ਮਾਣ ਮਹਿਸੂਸ ਹੁੰਦਾ ਜੀ. ਅਖੀਰ ਦੇ ਵਿੱਚ 2 ਮਿੰਟ ਹੈਗੇ ਨੇ ਸਾਡੇ ਕੋਲ, ਮੈਂ ਤੁਹਾਨੂੰ ਨਾਮ ਦੱਸਾਂਗੀ ਦੋਨਾਂ ਨੂੰ, ਤੇ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ, ਤੁਸੀਂ ਉਹ ਦੱਸੋਗੇ, ਠੀਕ ਹੈ? ਸੋ ਤੁਹਾਡੇ ਤੋਂ ਸ਼ੁਰੂ ਕਰਦੇ, ਜਸਵਿੰਦਰ ਭੱਲਾ ਜੀ. ਭੱਲਾ ਸਾਹਿਬ, ਬਸ ਮੈਂ ਇਹੀ ਸਲਾਹ ਦੇਣਾ ਚਾਹੁੰਦਾ ਵੀ ਇੱਦਾਂ ਹੀ ਰਹੋ, ਚੇਂਜ ਨਾ ਹੋਇਓ. ਹੀ ਸੋ ਸਵੀਟ, ਬਹੁਤ ਜ਼ਿਆਦਾ ਵਧੀਆ ਪਰਸਨੈਲਿਟੀ. ਓਕੇ, ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? भल्ला साहब प्लीज छुप छुप के मेरी फोटो ना खींचा करें. ਚੁੱਪ ਚੁੱਪ ਕੇ ਫੋਟੋਆਂ ਖਿੱਚਦੇ ਤੁਹਾਡੀਆਂ? हाँ, हम लोग एक बड़ी अमेजिंग लोकेशन पे शूट कर रहे थे, तो बहुत पीस था वहाँ पे, ग्रेवयार्ड था वो. तो मैं एक चेयर और एक चेयर सामने रख के आराम से ऐसे सो रही हूँ. बाद में क्या देखूं, भल्ला साहब मुझे फोटोज भेज रहे हैं मेरी. मैंने इतनी डांट लगाई, मैंने कहा व्हाट इज दिस भल्ला जी. ਭੱਲਾ ਸਾਹਿਬ ਦਾ ਤਾਂ ਬਹੁਤ ਵਧੀਆ ਹੈ ਫੋਟੋ, ਜਿੱਦਾਂ ਕੋਈ ਕੁੜੀ ਖਿਚਾਉਣ ਆਏ ਕੋਈ ਵੀ, ਚੱਲੇ ਮੈਂ ਖਿੱਚਦਾ ਆਪਦੇ ਫੋਨ ਤੇ, ਆ ਕੇ ਦਿਓ ਤੁਹਾਡਾ ਨੰਬਰ ਤੋਂ ਮੈਂ ਸੈਂਡ ਕਰੂੰਗਾ. ਇਹ ਸੱਚੀ ਹੈ, ਇਹ ਸੱਚੀ ਹੈ, ऐसे आप भी बोल रहे हो. ਸੱਚ ਹੈ, ਇਹ ਬਿਲਕੁਲ ਸੱਚ ਹੈ. ਓਕੇ, ਸੋ ਗੁਰਪ੍ਰੀਤ ਘੁੱਗੀ ਜੀ. ਗੁਰਪ੍ਰੀਤ ਘੁੱਗੀ ਜੀ ਕਮਾਲ ਦੇ ਫਨਕਾਰ, ਬੜਾ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕਮਾਲ ਦੇ ਫਨਕਾਰ ਨੇ. ਸਲਾਹ ਹੈ ਵੀ, ਸਲਾਹ ਹੈ ਭਾਜੀ ਵੀ ਆਲੇ ਦੁਆਲੇ ਤੋਂ ਧਿਆਨ ਹਟਾ ਕੇ ਫਿਲਮਾਂ ਜ਼ਿਆਦਾ ਕਰੋ, ਘੱਟ ਨਾ ਕਰੋ. ओके, ਤੁਸੀਂ ਕੀ ਸਲਾਹ ਦੇਣਾ ਚਾਹੋਗੇ? मेरी कोई स्टैंडिंग नहीं है कि मैं गुरप्रीत गुग्गी जी को सलाह दूं. मेरी नज़र में ही इज़ अ ग्रेट मैन एंड आई हैव टू मच रिस्पेक्ट फॉर हिम. आई कांट. सॉरी. ਸ਼ਿੰਦਾ.
ਸ਼ਿੰਦਾ ਕਮਾਲ ਦਾ ਬੱਚਾ, ਇੱਕ ਜਿਹੜਾ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੈ ਇਸ ਉਮਰ ਦੇ ਵਿੱਚ ਹੀ ਸਾਰਾ ਕੁਝ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਐਂਡ ਇਦਾਂ ਹੀ ਰਵੇ ਐਂਡ ਗੋਡ ਬਲੈਸ ਹਿਮ। ਤੇ ਬਸ ਬੇਟਾ ਮੋਬਾਈਲ ਥੋੜਾ ਘੱਟ ਕਰਦੇ, ਮੋਬਾਈਲ ਤੇ ਜ਼ਿਆਦਾ ਦੇਖਦਾ ਕਿਉਂਕਿ ਅੱਖਾਂ ਖਰਾਬ ਹੋ ਜਾਂਦੀਆਂ ਨੇ, ਆਲ ਟਾਈਮ ਮੋਬਾਈਲ ਤੇ ਲੱਗਿਆ ਰਹਿੰਦਾ। ਓਕੇ, ਤੁਸੀਂ ਕੀ ਸਲਾਹ ਦੇਣਾ ਚਾਹੋਗੇ ਉਹਨੂੰ? नो चॉकलेट्स, ईट हेल्दी। वो इतना चॉकलेट था, जैसे सारे बच्चे होते हैं तो बड़ा चॉकलेट का बड़ा उसका ना एक डब्बा भरा होता है। हाँ, डब्बा भरा होता है। सो मैंने बहुत बच्चों को देखा है, उनके मतलब एक मेरे बहुत ही क्लोज फ्रेंड का बच्चा है जिसको पूरे टीथ रिप्लेस करने पड़े हैं, 8 साल का है वो। सो आई डोंट वांट कि शिंदा शुड एवर गो थ्रू समथिंग लाइक दिस। सो माय सलाह है कम चॉकलेट खा शिंदे। और ਉਹਦੇ ਡੈਡ ਨੇ ਪਹਿਲੇ ਕਾਫੀ ਦੰਦ ਅੱਡ ਸੈਪਰੇਟ ਲੈ ਕੇ ਰੱਖ ਲਏ ਹੋਏ ਨੇ। ਰਿਚ ਮੈਨ ਰਿਚ ਮੈਨ, ਯੈਸ ਆਫ ਕੋਰਸ। ਓਕੇ, ਗਿੱਪੀ ਦੀ ਗੱਲ ਹੋ ਰਹੀ ਹੈ ਤੇ ਗਿੱਪੀ ਯਾਰ ਨਾ ਕਰਿਆ ਨਾ ਕਰਿਆ ਕਰ। ਨਾ ਗਿੱਪੀ ਤਾਂ ਇਹੀ ਹੈ ਵੀ ਗਿੱਪੀ ਨੂੰ ਸਲਾਹ ਆ, ਹਾਂ ਕੈਰੀ ਔਨ ਜੱਟਾ ਵਰਗੀਆਂ ਵੱਡੀਆਂ ਵੱਡੀਆਂ ਫਿਲਮਾਂ ਹੋਰ ਜ਼ਿਆਦਾ ਕਰੇ ਤੇ ਮੈਂ ਉਹਦਾ ਹਿੱਸਾ ਹੋਵਾਂ, ਇਹ ਤੇ ਕਿਹਾ 100%। ਉਹ ਤਾਂ ਪਤਾ ਹੀ ਹੈ ਜਦੋਂ ਕੈਰੀ ਔਨ ਜੱਟਾ ਦਾ ਨਾਂ ਆ ਗਿਆ ਤਾਂ ਮੈਂ ਸਾਡੇ ਤੋਂ ਪਹਿਲਾਂ ਸਾਰੇ ਹੋ ਹੀ ਨਹੀਂ ਸਕਦੀ, ਸਾਰੇ ਘੋੜੀ ਤੇ ਕੋਟ ਦੀ ਗੱਲ ਹੀ ਨਾ ਹੋਵੇ ਕਿਦਾਂ ਸਾਰਾ ਸਾਡਾ ਟੱਬਰ ਹੈ। जी, ਤੁਸੀਂ one thing that I noticed about Gippy जी was that you know वो आपसे बात करेंगे suddenly ना उनका फिर वो attention span खत्म हो जाता है और वो अपना कुछ business सोचने लगते हैं। तो वो बहुत ऐसा लुक देते हैं आपको कि तू हट मेरे सामने से। तो बंदे को लगता है कि हेलो एक्सक्यूज मी, मेरी कोई गलती हो गई क्या? सो दैट तो एक बार ऐसा हुआ था, तो आई वाज लाइक एक्सक्यूज मी गिप्पी जी, इज देयर अ प्रॉब्लम? So शिंदा ने मेरे को बोला no dad goes blanks out and he starts thinking about his business or something. So Gippy said no sorry मैं ਤੁਹਾਡੇ ਨਾਲ ਨਹੀਂ, ਮੈਂ ਕੁਝ ਹੋਰ ਸੋਚਦਾ ਸੀ। ਸਭ ਤੋਂ ਪਹਿਲਾਂ ਉਹਦਾ ਪਤਾ ਲੱਗ ਜਾਂਦਾ ਜਦੋਂ ਨੌ ਚੱਬਣ ਲੱਗ ਜੇ, ਪਤਾ ਲੱਗ ਜਾਂਦਾ ਵੀ ਹੁਣ ਥੌਟ ਦੇ ਵਿੱਚ ਚਲਾ ਗਿਆ। ਇਦਾਂ ਗੱਲਾਂ ਕਰ ਤੁਸੀਂ ਨਾ ਥੌਟ ਕਰ ਵੀ ਜਦੋਂ ਪਹਾੜਾਂ ਦੇ ਵਿੱਚ ਜਦੋਂ ਪਹਾੜ ਚਾਰ ਵਾਲੇ ਦਿਨ ਵਿਚਾਲੇ ਸਮੁੰਦਰ ਆ ਜੇ ਨਾ ਨਾਲ ਹੀ ਉਹਨੇ ਉੱਥੇ ਚਲੇ ਜਾਣਾ ਨਾਲ ਵਿੱਚ। हाँ ਉੱਥੇ थॉट ਦੇ ਵਿੱਚ ਚਲਾ ਜਾਂਦਾ ਤਾਂ ਉਹ ਨੌ ਨਹੀਂ फिर आप कुछ और बात कर रहे होगे बट वो ना अपना कुछ सोच रहे हो, तो आपको लगेगा कि यार मैं बात कर रही हूँ नहीं कर रही हूँ। सो दैट ਸੋਨਮ ਬਾਜਵਾ ਜੀ ਇੰਨੇ ਪ੍ਰੋਡਕਟ ਲਾਉਣ ਨਾਲ ਨਾ ਕਹਿੰਦੇ ਵੀ ਜ਼ਿਆਦਾ ਸਕਿਨ ਦੇ ਉੱਪਰ ਇੱਕ ਲੇਅਰ, ਕਿਉਂਕਿ ਇਸ ਪਲਾਸਟਿਕ ਕੁਛ ਨਾ ਕੁਛ ਸਕਿਨ ਅੰਦਰ ਬਰੀਥ ਕਰਦੀ ਹੈ ਤਾਂ ਉਹ ਅੰਦਰ ਇਹ ਕੁਛ ਨਾ ਕੁਛ ਤਾਂ ਹੈ ਹੀ ਆ ਨਾ। ਇਹ ਤਾਂ ਇੰਨਾ ਜ਼ਿਆਦਾ ਨਹੀਂ ਲਾਉਣੇ ਆਪਾਂ, ਬੀ ਨੈਚੁਰਲ। No, I can't give her any advice. She's very beautiful. I really like her, and I'll have learned a lot of. नहीं, कुछ सलाह देनी है। मैं की सलाह? I can't, you know, because again, she's so wise. सलाह हाँ, okay. Salah that I want to give her is thoda sa she can live a little more. She's too professional, too ambitious, too like very good, which is very good. But I feel कि यार life है यार, थोड़ी और जी ले। कोई पोचे लाने की लोड़ नहीं, सिद्धी गल कहो। हाँ ठीक है ना, कोई आप खुल के जमो, don't worry। हाँ, थोड़ा सा मतलब she can ease out a bit। ਲਾਸਟ ਕਰਮਜੀਤ ਅਨਮੋਲ ਯਾਦ ਆਇਆ ਉਹੀ ਬੋਲਿਓ। ਹਾਂਜੀ, ਜੋ ਯਾਦ ਕਰਮਜੀਤ ਬਾਰੇ ਤਾਂ ਬਹੁਤ ਗੱਲਾਂ ਨੇ ਜੀ, ਉਹਨੂੰ ਤਾਂ ਕਹਿਣ ਵਾਲੀਆਂ। ਇੱਕ ਤਾਂ ਕਿਸੇ ਦੀਆਂ ਗੱਲਾਂ 'ਚ ਨਾ ਆਇਆ ਕਰ, ਐਂਡ ਦੂਜੀ ਗੱਲ ਗਾਣੇ ਇੰਨਾ ਸੋਹਣਾ ਗਾਉਣਾ ਹੈ ਮੇਰਾ ਭਰਾ, ਇੰਨਾ ਜ਼ਿਆਦਾ ਸੋਹਣਾ ਗਾਉਂਦਾ ਹੈ। ਘੈਂਟ ਐਲਬਮ ਬਣਾ, ਜ਼ਿਆਦਾ ਪੈਸੇ ਲਾ ਕੇ ਕਿਤੇ ਵਧੀਆ ਥਾਂ ਆਪਾਂ ਐਲਬਮ ਬਣਵਾਵਾਂਗੇ। ਉਧਰਲੇ ਪਾਸੇ ਇੱਕ ਵਾਰੀ ਜ਼ਰੂਰ ਕੋਈ ਵੱਡਾ ਸਾਰਾ ਗਾਣਾ ਕੱਢ ਮੇਰਾ ਭਰਾ। ਓਕੇ ਜੀ, ਸਲਾਹ ਹੀ ਦਿਓ ਹੁਣ। एक्चुअली ये लोग इतना अच्छे हैं, मैं क्या इन्हें सलाह दूं? धक्के नाल ही कर दो, चुगली ना। जो खाना लेके आते हो ना आप सेट पे, घी थोड़ा सा हाँ क्यों कट पाएगा? हाँ, घी और पाया करो, थोड़ा अचार अलग से और चाहिए मुझे। ओके, यही मेरी सलाह है। ਠੀਕ ਹੈ। ਸੋ ਪ੍ਰੈਂਕਸ ਦੀ ਗੱਲਾਂ ਤਾਂ ਅਸੀਂ ਵੀਡੀਓਜ਼ ਤੋਂ ਦੇਖਦੇ ਹੀ ਆ ਰਹੇ ਹਾਂ, ਹੈ ਨਾ। ਸੋ ਲੰਡਨ ਦੇ ਵਿੱਚ ਤੁਸੀਂ ਬਹੁਤ ਘੈਂਟ ਪ੍ਰੈਂਕ ਕੀਤੇ ਆ, ਫਿਲਮਾਂ ਦੇ ਵਿੱਚ ਵੀ ਅਸੀਂ ਵੇਖਾਂਗੇ। ਸੋ ਮੈਂ ਇਸ ਕਰਕੇ ਉਹਦੇ ਬਾਰੇ ਗੱਲ ਨਹੀਂ ਕੀਤੀ ਵੀ ਅਸੀਂ ਫਿਲਮ 'ਚ ਵੇਖਣ ਹੀ ਆਏ ਹਾਂ। ਓਕੇ, ਸੋ ਆਲ ਦਾ ਵੈਰੀ ਬੈਸਟ ਟੂ ਬੋਥ ਆਫ ਯੂ। ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਸੋਹਣਾ ਸਿਨੇਮਾ ਸਾਨੂੰ ਦਿੰਦੇ ਰਹੋ। ਥੈਂਕ ਯੂ ਸੋ ਵੈਰੀ ਮਚ। ਸੋ ਕੈਰੀ ਔਨ ਜੱਟਾ। ਥੈਂਕ ਯੂ ਸੋ ਮਚ। ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸਾਰਾ ਸ਼ੁਕਰੀਆ। ਐਂਡ ਇਹਨਾਂ ਨੇ ਬੜੀ ਪਿਆਰੀ ਗੱਲ ਕਹੀ ਸੀ ਕਿ ਜ਼ਿੰਦਗੀ ਦਾ ਨਾ ਕੋਈ ਵੀ ਇੱਕ ਮੋਮੈਂਟ ਕੈਰੀ ਔਨ ਜੱਟਾ ਮੋਮੈਂਟ ਨਹੀਂ ਹੁੰਦਾ। ਹਰ ਦਿਨ ਹਰ ਪਲ ਆਪਣੇ ਆਪ ਨੂੰ ਕਹਿਣਾ ਚਾਹੀਦਾ ਕੈਰੀ ਔਨ ਜੱਟਾ। ਸੋ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣਾ ਚਾਹੀਦਾ ਸੋਹਣੀ ਤਰ੍ਹਾਂ ਤੇ ਪੋਜ਼ਿਟਿਵਿਟੀ ਦੇ ਨਾਲ। ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਹੁਮਾ ਕੇ ਪਹੁੰਚਣਾ ਸਿਨੇਮਾ ਘਰ ਦੇ ਵਿੱਚ ਵੇਖਣ ਫਿਲਮ ਕੈਰੀ ਔਨ ਜੱਟਾ 3। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।